मेरे वालों सारिਆਂ ਨੂੰ प्यार भरी सत श्री अकाल। ਅੱਜ ਅਸੀਂ 9ਵੀਂ जमात का पाठ दूसरा विसाखी का मेला कविता जो है ਕਰਨ ਲੱਗੇ ਹਾਂ। ਇਹ ਕਵਿਤਾ ਦੇ ਕਵੀ ਹਨ ਧਨੀ ਰਾਮ ਚਾਤ੍ਰਿਕ ਜੀ। ਧਨੀ ਰਾਮ ਚਾਤ੍ਰਿਕ ਪੰਜਾਬੀ ਦੇ ਆਧੁਨਿਕ ਸ਼੍ਰੋਮਣੀ ਕਵੀਆਂ ਵਿੱਚੋਂ ਇੱਕ ਨੇ। ਉਹਨਾਂ ਦਾ ਜਨਮ 4 ਅਕਤੂਬਰ 1876 ਈਸਵੀ ਵਿੱਚ ਪਿਤਾ ਸ਼੍ਰੀ ਪੋਹੂਮਲ ਜੀ ਅਤੇ ਮਾਤਾ ਸ਼੍ਰੀ ਲక్ష్ਮੀ ਦੇਵੀ ਦੇ ਘਰ ਪਿੰਡ ਪਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ 'ਚ ਹੋਇਆ। ਆਪ ਦੇ ਬਚਪਨ ਦਾ ਜ਼ਿਆਦਾ ਸਮਾਂ ਅੰਮ੍ਰਿਤਸਰ ਵਿੱਚ ਬਤੀਤ ਹੋਇਆ। ਧਨੀ ਰਾਮ ਚਾਤ੍ਰਿਕ ਨੂੰ ਪੰਜਾਬੀ ਨਾਲ ਅਥਾਹ ਪਿਆਰ ਸੀ, ਇਸ ਕਰਕੇ ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿੱਚ ਪੰਜਾਬੀ ਸੱਭਿਆਚਾਰ ਠਾਠਾ ਮਾਰਦਾ ਹੈ। ਆਪ ਨੇ ਭਾਈ ਵੀਰ ਸਿੰਘ ਜੀ ਦੀ ਪ੍ਰੈਸ ਵਜ਼ੀਰ ਹਿੰਦ ਵਿੱਚ ਨੌਕਰੀ ਵੀ ਕਰੀ। 1926 ਵਿੱਚ ਆਪ ਨੇ ਪੰਜਾਬੀ ਸਥਾਪਿਤ ਕਰਕੇ ਪੰਜਾਬੀ ਸਭਾ ਸਥਾਪਿਤ ਕਰਕੇ ਕਵੀ ਦਰਬਾਰਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। 18 ਦਸੰਬਰ 1954 ਨੂੰ ਆਪ ਸਾਹਿਤ ਪ੍ਰੇਮੀਆਂ ਨੂੰ ਸਦਾ ਲਈ ਵਿਛੋੜਾ ਦੇ ਗਏ। ਆਪ ਨੇ ਪੰਜਾਬੀ ਸਾਹਿਤ ਨੂੰ ਬਹੁਤ ਸਾਰੀਆਂ ਪੁਸਤਕਾਂ ਭੇਟ ਕਰੀਆਂ। ਆਪ ਦੀਆਂ ਪੁਸਤਕਾਂ ਦੇ ਅੰਦਰ ਆਪ ਦੀ ਵਰਤੀ ਗਈ ਬੋਲੀ ਤੇ ਭਾਸ਼ਾ ਠੇਠ, ਸਰਲ ਅਤੇ ਰਸ ਭਰੀ ਸੀ। ਮੇਲੇ ਵਿੱਚ ਜੱਟ ਵਾਲੀ ਕਵਿਤਾ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਬਹੁਤ ਮਸ਼ਹੂਰ ਹੋਈ ਸੀ। ਧਨੀ ਰਾਮ ਚਾਤ੍ਰਿਕ ਜੀ ਦੀਆਂ ਕਵਿਤਾਵਾਂ ਦਾ ਵਿਸ਼ਾ ਗਰੀਬਾਂ, ਮਜ਼ਦੂਰਾਂ, ਕਿਰਤੀਆਂ ਦੇ ਲਈ ਸੱਚੀ ਹਮਦਰਦੀ ਸੀ। ਰਚਨਾਵਾਂ ਵਿੱਚ ਸਰਲਤਾ ਤੇ ਮੁਹਾਵਰੇਦਾਰ ਭਾਸ਼ਾ ਦਾ ਸੁਮੇਲ ਮਿਲਦਾ ਸੀ। ਇਸੇ ਕਰਕੇ ਆਪ ਦੀਆਂ ਰਚਨਾਵਾਂ ਬਹੁਤ ਪ੍ਰਸਿੱਧ ਹੋਈਆਂ ਨੇ, ਹਰਮਨ ਪਿਆਰੀਆਂ ਹੋਈਆਂ ਨੇ। ਅੱਜ ਅਸੀਂ ਉਹਨਾਂ ਦੀ ਲਿਖੀ ਹੋਈ ਕਵਿਤਾ ਵਿਸਾਖੀ ਦਾ ਮੇਲਾ, ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਕਰਨ ਲੱਗੇ ਹਾਂ। ਕਵਿਤਾ ਇਸ ਪ੍ਰਕਾਰ ਹੈ। ਪੱਕ ਪਈਆਂ ਕਣਕਾਂ ਲੁਕਾਟ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹਸਿਆ। ਬਾਗਾਂ ਉਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ। ਪੁੰਗਰੀਆਂ ਵੱਲਾਂ ਵੇਲਾਂ ਰੁੱਖਾਂ ਚੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪੁਰੋਈਆਂ ਲੜੀਆਂ। ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਹੈ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਇਸ ਕਵਿਤਾ ਦੇ ਅੰਦਰ ਕਵੀ ਨੇ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਦਾ ਜ਼ਿਕਰ ਕੀਤਾ ਹੈ। ਇਹ ਮੇਲਾ ਫਸਲਾਂ ਦੇ ਪੱਕ ਜਾਣ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਉਂਦਾ ਹੈ। ਇਸ ਵਿੱਚ ਵੇਲਾਂ, ਬੂਟਿਆਂ ਤੇ ਰੁੱਖਾਂ ਉੱਤੇ ਆਏ ਹੋਏ ਜੋਬਨ ਨੂੰ ਰੂਪਮਾਨ ਕੀਤਾ ਗਿਆ ਹੈ। ਕਵੀ ਇਸ ਕਵਿਤਾ ਦੀ ਪਹਿਲੀ ਤੁਕ ਦੇ ਅੰਦਰ ਕਹਿ ਰਿਹਾ ਹੈ, ਕਣਕਾਂ ਪੱਕ ਕੇ ਤਿਆਰ ਹੋ ਗਈਆਂ ਨੇ ਅਤੇ ਲੁਕਾਟਾਂ ਵਿੱਚ ਰਸ ਪੈ ਗਿਆ ਹੈ। ਅੰਬਾਂ ਦੇ ਬੂਟਿਆਂ ਨੂੰ ਬੂਰ ਲੱਗ ਗਿਆ ਹੈ। ਗੁਲਾਬ ਦੇ ਫੁੱਲ ਖਿੜ ਗਏ ਨੇ। ਗੁਲਾਬ ਹਸਿਆ ਮਤਲਬ ਗੁਲਾਬ ਦੇ ਫੁੱਲ ਖਿੜ ਗਏ ਨੇ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ। ਬਸੰਤ ਦੀ ਰੁੱਤ ਨੇ ਬਾਗਾਂ ਦੀ ਨੁਹਾਰ ਬਦਲ ਦਿੱਤੀ ਹੈ। ਬੇਰੀਆਂ ਦੇ ਦਰਖਤਾਂ ਦੀਆਂ ਟਾਹਣੀਆਂ ਬੇਰੀਆਂ ਦੇ ਭਾਰ ਦੇ ਨਾਲ ਨੀਵੀਆਂ ਹੋ ਗਈਆਂ ਨੇ। ਦਰਖਤਾਂ ਨਾਲ ਚਿੰਬੜੀਆਂ ਹੋਈਆਂ ਵੇਲਾਂ ਵੀ ਪੁੰਗਰ ਗਈਆਂ ਨੇ। ਫੁੱਲਾਂ ਦੇ ਹੇਠ ਫਲ ਲੱਗ ਪਏ ਨੇ। ਪਰਮਾਤਮਾ ਦੀ ਦੁਨੀਆ ਉੱਤੇ ਮਿਹਰ ਹੋ ਗਈ ਹੈ। ਸਾਈ ਦੀ ਨਿਗਾਹ ਜੱਗ ਤੇ ਸਵੱਲੀ ਹੈ, ਮਤਲਬ ਪਰਮਾਤਮਾ ਦੀ ਨਿਗਾਹ ਇਸ ਦੁਨੀਆ ਦੇ ਉੱਤੇ ਮਿਹਰ ਭਰੀ ਹੋ ਗਈ ਹੈ। ਕਵੀ ਆਪਣੀ ਪ੍ਰੇਮਿਕਾ ਨੂੰ, ਚੱਲਣੀ ਪ੍ਰੇਮੀਏ ਦਾ ਭਾਵ ਹੈ ਕਵੀ ਆਪਣੀ ਪ੍ਰੇਮਿਕਾ ਨੂੰ ਮੇਲੇ ਜਾਣ ਦੇ ਲਈ ਕਹਿੰਦਾ ਹੈ ਕਿ ਆਪਾਂ ਵੀ ਵਿਸਾਖੀ ਦੇ ਮੇਲੇ ਦਾ ਆਨੰਦ ਲੈਣ ਲਈ ਚੱਲੀਏ। ਦੂਸਰਾ ਪੈਰਾ। ਦੂਰੋਂ ਦੂਰੋਂ ਥਾਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ ਅਤੇ ਫੀਤੇ ਲਿਆਏ ਨੇ। ਗੱਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਹੈ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ। ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੱਲੀ ਹੈ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਇਸ ਪੈਰੇ ਦੇ ਅੰਦਰ ਕਵੀ ਕਹਿੰਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਦੂਰੋਂ ਦੂਰੋਂ ਵਣਜਾਰੇ ਸੋਹਣੀਆਂ ਸੋਹਣੀਆਂ ਕੁੰਜਾਂ, ਫੀਤੇ, ਗਜਰੇ ਤੇ ਵੰਗਾਂ ਮਤਲਬ ਚੂੜੀਆਂ ਵੇਚਣ ਲਈ ਆਏ ਹੋਏ ਨੇ। ਮੇਲੇ ਵਿੱਚ ਬਨਾਵਟੀ ਗਹਿਣਿਆਂ ਦਾ ਬਾਜ਼ਾਰ ਵੀ ਸਜਿਆ ਹੋਇਆ ਹੈ। ਹਲਵਾਈਆਂ ਨੇ ਬਹੁਤ ਸਾਰੀਆਂ ਮਿਠਾਈ ਦੀਆਂ ਦੁਕਾਨਾਂ ਵੀ ਲਗਾਈਆਂ ਹੋਈਆਂ ਨੇ ਤੇ ਹੋਰ ਕਈ ਚੀਜ਼ਾਂ ਵਿਕਣ ਲਈ ਆਈਆਂ ਹੋਈਆਂ ਨੇ। ਬੱਚਿਓ, ਜਦੋਂ ਅਸੀਂ ਮੇਲਾ ਦੇਖਣ ਜਾਂਦੇ ਹਾਂ ਤਾਂ ਮੇਲੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੁੰਦੀਆਂ, ਦੁਕਾਨਾਂ ਲੱਗੀਆਂ ਹੁੰਦੀਆਂ ਨੇ ਤੇ ਉੱਥੇ ਅਲੱਗ-ਅਲੱਗ ਜਗ੍ਹਾ ਤੋਂ ਲੋਕੀ ਸਮਾਨ ਵੇਚਣ ਆਏ ਹੁੰਦੇ ਨੇ।
ਮੇਲਾ ਵੇਖਣ ਅਤੇ ਚੀਜ਼ਾਂ ਖਰੀਦਣ ਵਾਲਿਆਂ ਦੀ ਦੁਕਾਨਾਂ ਤੇ ਭੀੜ ਲੱਗੀ ਹੋਈ ਹੈ। ਆਪਣੀ ਪ੍ਰੇਮਿਕਾ ਨੂੰ ਕਵੀ ਕਹਿੰਦਾ ਹੈ ਕਿ ਆਪਾਂ ਵੀ ਵਿਸਾਖੀ ਦਾ ਮੇਲਾ ਵੇਖਣ ਦੇ ਲਈ ਚੱਲੀਏ। ਤੀਜਾ ਪਿਆਰਾ, ਥਾਈਂ ਥਾਈਂ ਖੇਡਾਂ ਤੇ ਪੰਘੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲਗੋਂਜਾ ਕਾਟੋ ਤੁੰਬੀ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀ ਹੈ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਇਸ ਪਿਆਰੇ ਦੇ ਅੰਦਰ ਕਵੀ ਧਨੀ ਰਾਮ ਚਾਤ੍ਰਿਕ ਜੀ ਕਹਿ ਰਹੇ ਨੇ ਕਿ ਮੇਲੇ ਵਿੱਚ ਕਈ ਥਾਵਾਂ ਤੇ ਝੂਟੇ ਲੈਣ ਵਾਲੇ ਪੰਘੂੜੇ ਲੱਗੇ ਹੋਏ ਨੇ, ਜੋਗੀ ਅਤੇ ਮਦਾਰੀ ਆਪਣਾ ਆਪਣਾ ਤਮਾਸ਼ਾ ਦਿਖਾ ਰਹੇ ਨੇ। ਮੇਲੇ ਵਿੱਚ ਵੰਜਲੀ, ਅਲਗੋਜ਼ਾ, ਕਾਟੋ ਅਤੇ ਤੁੰਬੀ ਆਦਿ ਸਾਜ਼ ਵੱਜ ਰਹੇ ਨੇ। ਘੋਲ ਦੇ ਮੈਦਾਨ ਵਿੱਚ ਘੁਲਣ ਵਾਲੇ ਬਹਾਦਰ ਪਹਿਲਵਾਨ ਬੜਕਾ ਮਾਰ ਰਹੇ ਨੇ, ਇੱਕ ਬੜਕਾ ਮਾਰ ਕੇ ਇੱਕ ਦੂਜੇ ਨੂੰ ਵੰਗਾਰ ਰਹੇ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਸਾਰੇ ਜਹਾਨ ਦਾ ਸ਼ੋਰ ਮੇਲੇ ਵਿੱਚ ਹੀ ਪੈ ਰਿਹਾ ਹੋਵੇ। ਭੀੜ ਵਿੱਚ ਮੋਢੇ ਨਾਲ ਮੋਢਾ ਖਹਿ ਰਿਹਾ, ਇੰਨਾ ਰਸ਼ ਹੈ ਉੱਥੇ। ਮੇਲੇ ਦੀਆਂ ਰੌਣਕਾਂ ਕੋਹਾਂ ਤੱਕ ਫੈਲੀਆਂ ਹੋਈਆਂ ਨੇ, ਕੋਹਾਂ ਤੱਕ ਬਹੁਤ ਕਿਲੋਮੀਟਰ ਦੂਰੀ ਤੱਕ ਫੈਲੀਆਂ ਹੋਈਆਂ ਨੇ। ਕਵੀ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਆਪਾਂ ਵੀ ਦੋਨੋਂ ਜਾਣੇ ਵਿਸਾਖੀ ਦਾ ਮੇਲਾ ਦੇਖਣ ਲਈ ਚੱਲੀਏ। ਮੈਨੂੰ ਉਮੀਦ ਹੈ ਕਿ ਤੁਹਾਨੂੰ ਵਿਸਾਖੀ ਦਾ ਮੇਲਾ ਕਵਿਤਾ ਸਮਝ ਆਈ ਹੋਵੇਗੀ। ਧੰਨਵਾਦ।